ਕੁੱਲ ਨੁਸਖਿਆਂ ਦਾ ਇੱਕ ਨਿਚੋੜ, ਢਿੱਡੋਂ ਉੱਠਦੀ ਨਾ ਤੋੜ ਮਰੋੜ। ਨਾਲ ਝੂਠ ਦੀ ਠੋਕਰ ਬੋਲ ਨਾ ਭੰਨੀ, ਮਨ ਮੱਤ ਦੀ ਜਾਈ ਗੱਲ ਕਦੇ ਨਾ ਮੰਨੀ। ਅੱਖਾਂ ਮੀਟ ਉਸ ਪਿੱਛੇ ਨਾ ਚੱਲੀ, ਜੋ ਹੋਵੇ ਗੱਲ ਗਿਆਨ ਨੇਤਰੋ ਅੰਨੇ। ਕਿਰਤ ਕਰ ਹੱਕੀ ਹੱਕ ਦੀ ਖਾਈ, ਮੁੱਖ ਤੋਂ ਹਮਦ ਖੁਦਾਈ ਗਾਈ। ਜੋ ਦੇਵੇ ਨਾਲ ਖੁਦਾ ਦੇ ਜੋੜ, ਅਮਨ ਕੁੱਲ ਨੁਸਖਿਆਂ ਦਾ ਇੱਕ ਨਿਚੋੜ। ਢਿੱਡੋਂ ਉੱਠਦੀ ਨਾ ਤੋੜ ਮਰੋੜ। ਕੁੱਲ ਨੁਸਖਿਆਂ ਦਾ ਇੱਕ ਨਿਚੋੜ, ਢਿੱਡੋਂ ਉੱਠਦੀ ਨਾ ਤੋੜ ਮਰੋੜ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਅੱਜ ਬੋਲਣ ਦਾ ਪਹਿਲੂ ਹੈ ਉਹ ਹੈ ਮੂੰਹ ਦਾ ਹੱਕ। ਹੱਥ ਪੈਰ ਮੂੰਹ ਨੱਕ ਕੰਨ ਅੱਖਾਂ ਆਦਿ ਰੂਪ ਅੰਗ ਮਿਲ ਕੇ ਮੂੰਹ ਮੱਥੇ ਲੱਗਦੀ, ਭਾਵ ਕੇ ਵੇਖਣ ਵਿੱਚ ਸੋਹਣੀ ਜੱਚਦੀ ਇੱਕ ਕਾਇਆ ਰੂਪ ਆਕਿਰਤੀ ਤਿਆਰ ਕਰਦੇ ਹਨ, ਜਿਸ ਵਿੱਚ ਉਤਾਰਾ ਕਰਦੀ ਹੈ ਪਰਮਾਤਮਾ ਦੀ ਅੰਸ਼ ਆਤਮਾ। ਤੇ ਜੀਵਨ ਸ਼ੁਰੂ ਹੁੰਦਾ ਹੈ ਇੱਕ ਇਨਸਾਨ ਨਾਮੀ ਪਰਿੰਦੇ ਦਾ, ਜੋ ਜਿਸਮਾਨੀ ਅੰਗਾਂ ਦੇ ਰੂਪ ਵਿੱਚ ਲੱਗੇ ਖੰਭਾਂ ਦੇ ਆਸਰੇ ਸੰਸਾਰੀ ਜੀਵਨ ਦੇ ਅਸਮਾਨ ਵਿੱਚ ਉੱਚੀਆਂ ਉਡਾਰੀਆਂ ਭਰਦਾ ਹੈ। ਜਿੱਥੇ ਸੰਸਾਰੀ ਜੀਵਨ ਮੁਤਲਕ ਉੱਚੀਆਂ ਉਡਾਰੀਆਂ ਭਰਨ ਵਿੱਚ ਇਹ ਅੰਗ ਪੈਰ ਸਹਾਇਕ ਸਿੱਧ ਹੁੰਦੇ ਹਨ, ਉੱਥੇ ਹੀ ਨਿਰੰਕਾਰੀ ਜੀਵਨ ਨਾਲ ਜੁੜੀ ਉੱਚੀ ਉਡਾਰੀ ਭਰਨ ਵਿੱਚ ਵੀ ਸਹਾਇਕ ਸਿੱਧ ਹੁੰਦੇ ਹਨ ਇਹ ਅੰਗ ਪੈਰ। ਪਰ ਜੇਕਰ ਇਹਨਾਂ ਜਿਸਮਾਨੀ ਅੰਗਾਂ ਨੂੰ ਇਹਨਾਂ ਦੀ ਅਸੂਲਨ ਨਿਯਮਬੱਧਤਾ ਵਿੱਚ ਰੱਖਦੇ ਹਾਂ, ਜਿਸ ਦਾ ਵਿਵਰਨ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਵਿੱਚ ਕੀਤਾ ਹੈ, ਅਸੀਂ ਅਕਸਰ ਹੀ ਤੀਬਰ ਬੁੱਧ ਵਿਵੇਕ ਵਾਲੀਆਂ ਰੂਹਾਨੀ ਇਲਹਾਮ ਕਲਾਮ ਨਾਲ ਜੁੜੀਆਂ ਉੱਚ ਸ਼ਖਸੀਅਤਾਂ ਕੋਲੋਂ ਇਸ ਮਟੀਰੀਅਲਿਸਟਿਕ ਸੰਸਾਰ ਬਾਬਤ ਇੱਕ ਗੱਲ ਸੁਣੀ ਹੋਵੇਗੀ ਕਿ ਇਹ ਕਰਮ ਦਾ ਲੋਕ ਹੈ, ਕਿਉਂਕਿ ਇੱਥੇ ਹਰ ਇਨਸਾਨ ਕਰਮ ਵਿੱਚ ਬੱਝਾ ਹੈ ਤੇ ਕਰਮ ਅੱਗੇ ਬੱਝਾ ਹੈ ਕਾਇਆ ਨਾਲ, ਕਿਉਂਕਿ ਇਹ ਕਾਇਆ ਸਾਨੂੰ ਕਰਮ ਕਰਨ ਲਈ ਜਾਂ ਕਹਿ ਲਓ ਕਿ ਕਰਮ ਕਮਾਉਣ ਲਈ ਮਿਲੀ ਹੈ। ਤੇ ਫਿਰ ਇਸ ਕਾਇਆ ਵਿੱਚ ਰਹਿ ਕੇ ਕਮਾਇਆ ਕਰਮ ਹੀ ਸਾਡਾ ਅੱਗਾ ਤੈਅ ਕਰਦਾ ਹੈ, ਭਾਵ ਕਿ ਸਾਡਾ ਅੰਤ ਤੈਅ ਕਰਦਾ ਹੈ। ਇਸ ਛੋਟੇ ਜਿਹੇ ਬੰਦ ਵਿੱਚ ਇਨਡਾਇਰੈਕਟ ਰੂਪ ਨਾਲ ਜ਼ਾਹਰ ਹੁੰਦੀ ਸਮਝ ਇਹ ਸਿੱਧ ਕਰਦੀ ਹੈ ਕਿ ਸਾਡੇ ਅੱਜ ਚਲਾਏ ਅੰਗ ਪੈਰ ਤੇ ਇਹਨਾਂ ਤੇ ਲਾਏ ਸਮਝ ਰੂਪ ਪਹਿਰੇਦਾਰ ਹੀ ਸਾਡੀ ਕੱਲ੍ਹ ਦੀ ਮੰਜ਼ਿਲ ਦਾ ਜ਼ਾਹਰ ਰੂਪ ਸਿੱਧ ਕਰ ਸਕਦੇ ਹਨ, ਕਿਉਂਕਿ ਮੰਜ਼ਿਲ ਵੱਲ ਲੈ ਕੇ ਜਾਂਦਾ ਇਹ ਕਾਇਆ ਰੂਪ ਸਾਧਨ ਆਖਰ ਅੰਗ ਪੈਰ ਰੂਪ ਚੱਕਿਆਂ ਸਹਾਰੇ ਹੀ ਤਾਂ ਸਹਿਲਾ ਤੇ ਸੌਖਾ ਚੱਲਦਾ ਹੈ। ਸੋ ਜਿਸਮ ਨੂੰ ਲੱਗੇ ਇਹ ਵੱਖ-ਵੱਖ ਅੰਗ ਕਿਸ ਪ੍ਰਕਾਰ ਸਹਾਈ ਹੋ ਸਾਨੂੰ ਹਜ਼ੂਰ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਸੰਗ ਖੜਦੇ ਹਨ। ਇਸ ਮਜ਼ਬੂਨ ਨੂੰ ਛੇੜਦਿਆਂ ਹੋਇਆਂ ਅੱਜ ਗੱਲ ਕਰਦੇ ਹਾਂ ਮੂੰਹ ਦੀ ਸਹਾਇਕ ਪ੍ਰਵਿਰਤੀ ਦੀ, ਕਿ ਕਿਵੇਂ ਸਾਡਾ ਮੂੰਹ ਸਾਨੂੰ ਅੱਜ ਸਾਡੇ ਨਿੱਜ ਘਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮੂੰਹ ਉਹ ਅੰਗ, ਜਿਸਮ ਦਾ ਉਹ ਹਿੱਸਾ ਜੋ ਜਿਸਮ ਨੂੰ ਪਹਿਚਾਣ ਦਿੰਦਾ ਹੈ, ਕਾਇਆ ਨੂੰ ਵਜੂਦ ਦਿੰਦਾ ਹੈ, ਜਿਸ ਦੇ ਵੱਲ ਵੇਖ ਕੇ ਸਾਂਝ ਪੈਂਦੀ ਹੈ ਤੇ ਜਿਸ ਦੇ ਵੱਲ ਵੇਖ ਕੇ ਹੀ ਕਈ ਵਾਰ ਪੈਰ ਪਛਾਂ ਕੀਤੇ ਜਾਂਦੇ ਨੇ। ਚੰਗਾ ਕਰਨ ਤੇ ਜਿਸ ਨੂੰ ਵਡਿਆਇਆ ਜਾਂਦਾ ਹੈ ਤੇ ਮਾੜਾ ਕਰਨ ਤੇ ਜਿਸ ਨੂੰ ਫਟਕਾਰਿਆ ਜਾਂਦਾ ਹੈ। ਸੋਭਾ ਦਾ ਸਬੱਬ ਖੱਟਦਾ ਏ ਮੂੰਹ, ਸੱਜ ਧੱਜ ਕੇ ਸੋਹਣਾ ਜੱਚਦਾ ਏ ਮੂੰਹ। ਜਦੋਂ ਕਿਤੇ ਡੂੰਘਿਆਈ 'ਚ ਜਾ ਕੇ ਜੀਵਨ ਦੇ ਇੱਕ ਇੱਕ ਪੱਖ ਨੂੰ ਵਾਚ ਕੇ ਵੇਖੀਏ ਤਾਂ ਸਾਰੀ ਗੱਲ ਮੂੰਹ ਤੇ ਆ ਕੇ ਮੁੱਕਦੀ ਹੈ, ਕਿਉਂਕਿ ਕਾਇਆ ਰੂਪ ਘਰ ਦਾ ਮੁੱਖ ਦਰਵਾਜ਼ਾ ਏ ਮੂੰਹ। ਮੂੰਹ ਰਾਹੀਂ ਹੀ ਆਹਾਰ ਅੰਦਰ ਜਾਂਦਾ ਹੈ, ਜੋ ਬਾਹਰੀ ਤਲ ਤੇ ਜਿਸਮਾਨੀ ਕਾਰ ਵਿਹਾਰ ਕਰਨ ਲਈ ਜਿਸਮ ਨੂੰ ਤਾਕਤ ਪ੍ਰਦਾਨ ਕਰਦਾ ਹੈ, ਤੇ ਮੂੰਹ ਰਾਹੀਂ ਹੀ ਬੋਲ ਬਾਹਰ ਆਉਂਦਾ ਹੈ, ਜੋ ਜੀਵ ਨੂੰ ਜਿਸਮਾਨੀ ਤਲ ਤੋਂ ਲੈ ਕੇ ਮਾਨਸਿਕ ਤੇ ਸਮਾਜਿਕ ਤਲ ਤੱਕ ਮਜ਼ਬੂਤੀ ਦਿੰਦਾ ਹੈ। ਇਸ ਦੇ ਸਮਾਜਿਕ ਸਬੰਧਾਂ ਨੂੰ ਸਮਾਜ ਨਾਲ ਤੇ ਹੋਰ ਸਮਾਜਿਕ ਪ੍ਰਾਣੀਆਂ ਨਾਲ ਗਹਿਰਾ ਕਰਕੇ ਮੂੰਹ ਰਾਹੀਂ ਬਾਹਰ ਆਉਂਦੇ ਬੋਲ ਸਾਨੂੰ ਸਾਡੇ ਆਪਣਿਆਂ ਨਾਲ ਵਾਰਤਾਲਾਪ ਕਰਨ ਦਾ, ਆਪਣੇ ਅਹਿਸਾਸਾਂ ਨੂੰ, ਆਪਣੀਆਂ ਫੀਲਿੰਗਸ ਨੂੰ ਜ਼ਾਹਰ ਕਰਨ ਦਾ ਮੌਕਾ ਦਿੰਦਾ ਹੈ। ਇਸ ਤਮਾਮ ਗੱਲਬਾਤ ਤੋਂ ਜ਼ਾਹਰ ਹੋਏ ਮੂੰਹ ਦੇ ਇਸ ਕਰਮ ਭੇਖ ਵਿੱਚ ਆ ਕੇ ਜਦੋਂ ਮਾਲਕ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦਾ ਹੱਕ ਰੂਪ ਗੁਣੀ ਅਕੀਦਾ ਜੋੜਦਾ ਹੈ ਤਾਂ ਜੀਵਨ ਦਾ ਬੜਾ ਵੱਡਾ ਮਸਲਾ ਹੱਲ ਹੋ ਜਾਂਦਾ ਹੈ, ਕਿਉਂਕਿ ਹੱਕ ਐਸੀ ਤਾਕਤ, ਐਸੀ ਨਿਆਮਤ ਏ ਖੁਦਾ ਦੇ ਘਰ ਦੀ, ਜੋ ਕਦੀ ਬੇਹੱਕੀ, ਠੱਗੀ, ਫਰੇਬ ਰੂਪੀ ਅਵਗੁਣਾਂ ਨੂੰ ਨੇੜੇ ਨਹੀਂ ਆਉਣ ਦਿੰਦੀ। ਤੇ ਜਦ ਅਵਗੁਣ ਹੀ ਨੇੜੇ ਨਹੀਂ ਆਉਣਗੇ ਤਾਂ ਫਿਰ ਡਰ ਕਿਸ ਗੱਲ ਦਾ। ਮਸਲੇ ਤਾਂ ਆਪਣੇ ਆਪ ਹੀ ਹੱਲ ਹੋਏ ਪਏ ਨੇ। ਸੁਗੜ ਵਿਚਾਰ ਦੇ ਇਸ ਪੜਾਅ ਤੱਕ ਆਉਂਦਿਆਂ ਆਉਂਦਿਆਂ
ਅਸੀਂ ਮੂੰਹ ਤੇ ਹੱਕ ਰੱਖਣ ਦੀ ਗੱਲ ਤਾਂ ਕਰ ਦਿੱਤੀ, ਪਰ ਹੁਣ ਮਸਲਾ ਇਹ ਹੈ ਕਿ ਮੂੰਹ ਦਾ ਹੱਕ ਹੈ ਕੀ ਤੇ ਅਸੀਂ ਮੂੰਹ ਤੇ ਹੱਕ ਕਿਵੇਂ ਰੱਖ ਸਕਦੇ ਹਾਂ। ਤੇ ਫਿਰ ਮੂੰਹ ਦਾ ਹੱਕ ਏ ਜੋ ਆਹਾਰ ਰੂਪ ਗਰਾਈਆਂ ਸਾਡੇ ਢਿੱਡ ਅੰਦਰ ਜਾਂਦੀਆਂ ਨੇ, ਉਹ ਹੱਕ ਦੀ ਕਮਾਈ ਦੀਆਂ ਕਮਾਈਆਂ ਹੋਣ ਤੇ ਫਿਰ ਮੂੰਹ ਰਾਹੀਂ ਹੱਕੀ ਗਰਾਈ ਅੰਦਰ ਭੇਜਣ ਲਈ ਕਿਰਤ ਹੱਕ ਦੀ ਹੋਵੇ ਤੇ ਅਸੀਂ ਹੱਕ ਦੀ ਕਿਰਤ ਦਾ ਖੱਟਿਆ ਕਮਾਇਆ ਖਾਈਏ। ਤੇ ਦੂਸਰਾ ਜੋ ਮੂੰਹ ਰਾਹੀਂ ਬਾਹਰ ਆਉਂਦਾ ਹੈ ਬੋਲ, ਉਹ ਹੱਕ ਦਾ ਹੋਵੇ ਤੇ ਬੋਲ ਦਾ ਹੱਕ ਹੀ ਸੱਚ, ਬੋਲ ਦਾ ਹੱਕ ਏ ਢਿੱਡੋਂ ਉੱਠਦੇ ਖਿਆਲਾਂ ਵਿਚਾਰਾਂ ਦਾ ਸੁੱਧ ਸਪਸ਼ਟ ਰੂਪ ਲੈ ਕੇ ਬਾਹਰ ਆਉਣਾ। ਤੇ ਜਦ ਅਸੀਂ ਜਿਹਨੀ ਤੌਰ ਤੇ ਹੱਕੀ ਤਰਬੀਅਤ 'ਚ ਪ੍ਰਵੇਸ਼ ਕਰ ਕਰਮ ਕਿਰਤ ਦੁਆਰਾ ਮੂੰਹ ਦੇ ਇਹ ਦੋਵੇਂ ਹੱਕ ਪੂਰੇ ਕਰਦੇ ਹਾਂ ਤਾਂ ਸਾਡਾ ਮੂੰਹ ਸੋਹਣਾ ਸੱਜਦਾ ਏ, ਜੱਚਦਾ ਏ। ਸੋ ਆਓ ਫਿਰ ਸਤਿਗੁਣੀ ਅਕੀਦੇ ਦੇ ਸੱਚੇ ਸੀਰਤ ਘੜੀਏ ਤੇ ਨੂਰੀ ਦੇ ਜਾਹੋ ਜਲਾਲ ਵਿੱਚ ਮੁੱਖ ਉਜਲਾ ਕਰੀਏ, ਕਿਉਂਕਿ ਉਜਲੇ ਮੁੱਖ ਹੀ ਹਸ਼ਰ ਦੇ ਰੋਜ਼ ਨੂਰੀ ਉਜਾਲਿਆਂ 'ਚ ਉਜਲ ਹੋ ਸੋਭਾ ਖੱਟਦੇ ਨੇ, ਸਲਾਹੇ ਤੇ ਵਡਿਆਏ ਜਾਂਦੇ ਨੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।